हरियाणा में जहां भूगोल चुना है तो हरियाणा ज्यादातर विषय बोले ज्यादातर दिमाग कौन था के त्रिपुरा के मुख्यमंत्री ने कमेंट करते हुए कहा कि पंजाबी कौम जी है, सिख कौम जी है, वो शरीरक तौर पर बहुत स्ट्रोंग है, बहुत तकड़े ने, पर उन्होंने अकल घट होंगी। जिस कौम बारे तुसी कमेंट कर रहे हो, जे वो 90% कुर्बानियां ना देंदी तो शायद तुसी भी अज त्रिपुरा के मुख्यमंत्री ना होंदे। 1857 के गदर तो शुरू कर लिए, गदरी बाबियां तो शहीद आजम भगत सिंह, करतार सिंह सराभा, शहीद ऊधम सिंह ਜਾਂ ਹੋਰ ਹਜ਼ਾਰਾਂ ਅਣਗਿਣਤ ਇਸ ਤਰ੍ਹਾਂ ਦੇ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਦਿੱਤੀ ਹੈ। ਟੌਪ 5 ਡਿਵੈਲਪ ਕੰਟਰੀਆਂ ਦੇ ਵਿੱਚ ਗਿਣਿਆ ਜਾਣ ਵਾਲਾ ਕੈਨੇਡਾ, ਉੱਥੋਂ ਦਾ ਡਿਫੈਂਸ ਮਿਨਿਸਟਰ ਇੱਕ ਪੰਜਾਬੀ ਹੈ। ਜਿਹੜੀ ਕੈਬਨਿਟ ਹੈ ਉਹਨਾਂ ਦੀ, ਉਹਦੇ ਵਿੱਚ ਮੋਦੀ ਸਾਹਿਬ ਦੀ ਕੈਬਨਿਟ ਨਾਲੋਂ ਜ਼ਿਆਦਾ ਪੰਜਾਬੀ ਮੰਤਰੀ ਨੇ। ਆਪਣਾ ਮੁਲਕ ਅਨਾਜ ਵਾਸਤੇ ਤਰਸਦਾ ਸੀ, ਅਸੀਂ ਕਣਕ ਵੀ ਬਾਹਰੋਂ ਅਮਰੀਕਾ ਤੋਂ ਇੰਪੋਰਟ ਕਰਦੇ ਸੀ। ਉਸ ਵੇਲੇ ਇਹਨਾਂ ਪੰਜਾਬੀ ਤੇ ਹਰਿਆਣਵੀਆਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਹਰੀ ਕ੍ਰਾਂਤੀ ਲਿਆ ਕੇ ਮੁਲਕ ਨੂੰ ਅਨਾਜ ਦੇ ਮਾਮਲੇ 'ਚ ਆਤਮ ਨਿਰਭਰ ਬਣਾਇਆ। ਜੋ ਚੀਨ ਦੇ ਬਾਰਡਰ ਤੇ ਹੋਇਆ, ਜੋ ਇੱਕ ਪੰਜਾਬੀ ਨੌਜਵਾਨ ਨੇ ਉੱਥੇ ਬਹਾਦਰੀ ਦਿਖਾਈ ਹੈ, ਇਕੱਲੇ ਨਹੀਂ 15-16 ਚੀਨ ਦੇ ਦੁਸ਼ਮਣ ਦੇ ਫੌਜੀਆਂ ਨੂੰ ਮਾਰ ਕੇ ਫਿਰ ਉਹ ਤੋਂ ਬਾਅਦ ਸ਼ਹੀਦੀ ਦਾ ਜਾਮਾ ਪੀਤਾ ਹੈ। ਤਾਂ ਕਿਰਪਾ ਕਰਕੇ ਇਹੋ ਜਿਹੇ ਕਮੈਂਟ ਕਰਨ ਤੋਂ ਪਹਿਲਾਂ ਆਪਣੀ ਆਤਮਾ ਨਾਲ ਜੇ ਹੈ ਥੋੜੀ ਬਹੁਤ ਜ਼ਮੀਰ, ਉਹਦੇ ਨਾਲ ਗੱਲ ਕਰ ਲਿਆ ਕਰੋ। ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਦੇ ਪੱਖ 'ਚ ਭਾਜਪਾ ਨੂੰ ਕਰੜੇ ਹੱਥੀ ਲਿਆ ਏ। ਦਰਅਸਲ ਤ੍ਰਿਪੁਰਾ ਦੇ ਮੁੱਖ ਮੰਤਰੀ ਵਿਪਲਬ ਦੇਵ ਵੱਲੋਂ ਇੱਕ ਬਿਆਨ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੇ ਪੰਜਾਬੀ ਨੂੰ ਘੱਟ ਦਿਮਾਗ ਵਾਲੇ ਦੱਸਿਆ, ਜਿਸ ਉੱਤੇ ਲੋਹਾ ਲਾ ਕੇ ਹੁੰਦਿਆਂ ਮਾਨ ਨੇ ਵਿਪਲਬ ਦੇਵ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਯਾਦ ਕਰਵਾਉਂਦੇ ਹੋਏ ਉਸ ਦੀ ਰੇਲ ਬਣਾ ਦਿੱਤੀ। ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਭਗਵੰਤ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਤ੍ਰਿਪੁਰਾ ਦੇ ਬੀਜੇਪੀ ਦੇ ਮੁੱਖ ਮੰਤਰੀ ਵਿਪਲਬ ਦੇਵ ਦਾ ਬਹੁਤ ਹੀ ਘਟੀਆ, ਦੁਖਦਾਇਕ ਤੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਪੰਜਾਬੀਆਂ ਤੇ ਹਰਿਆਣਵੀਆਂ ਬਾਰੇ ਇੱਕ ਕਮੈਂਟ ਕੀਤਾ ਕਿਸੇ ਫੰਕਸ਼ਨ 'ਚ। ਅਸਲ 'ਚ ਉਹ ਬੀਜੇਪੀ ਦੀ ਸੋਚ ਹੀ ਸਾਹਮਣੇ ਆਈ ਹੈ, ਜਿਹੜੀ ਮਾਨਸਿਕਤਾ ਉਹਨਾਂ ਦੀ ਜਿਹੜੀ ਹੈ ਉਹ ਮਿਨੋਰਟੀਜ਼ ਪ੍ਰਤੀ, ਜੋ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਉਹ ਸੈਂਟਰ ਦੇ ਵਿੱਚ ਰਾਜ ਦੇ ਵਿੱਚ ਆਏ ਨੇ, ਸੱਤਾ 'ਚ ਆਏ ਨੇ, ਉਦੋਂ ਤੋਂ ਜਿਹੜੀ ਸਾਹਮਣੇ ਆ ਰਹੀ ਹੈ। ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਪੰਜਾਬੀ ਕੌਮ ਜਿਹੜੀ ਹੈ, ਸਿੱਖ ਕੌਮ ਜਿਹੜੀ ਹੈ, ਉਹ ਸਰੀਰਕ ਤੌਰ 'ਤੇ ਬਹੁਤ ਸਟਰੋਂਗ ਹੈ, ਬਹੁਤ ਤਕੜੇ ਨੇ, ਪਰ ਉਹਨਾਂ ਨੂੰ ਅਕਲ ਘੱਟ ਹੁੰਦੀ ਹੈ। ਬਿਲਕੁਲ ਇਹੀ ਉਹਨਾਂ ਨੇ ਹਰਿਆਣਵੀ ਜਾਟ ਭਾਈਆਂ ਬਾਰੇ ਕਿਹਾ ਕਿ ਉਹ ਵੀ ਸਰੀਰਕ ਤੌਰ ਤੇ ਬਹੁਤ ਤਕੜੇ ਹੁੰਦੇ ਨੇ, ਪਰ ਉਹਨਾਂ ਨੂੰ ਵੀ ਅਕਲ ਘੱਟ ਹੁੰਦੀ ਹੈ, ਉਹਨਾਂ ਦਾ ਦਿਮਾਗ ਘੱਟ ਹੁੰਦਾ। ਮੈਂ ਤ੍ਰਿਪੁਰਾ ਦੇ ਮੁੱਖ ਮੰਤਰੀ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਕਮਿਊਨਿਟੀ ਬਾਰੇ, ਜਿਸ ਕੌਮ ਬਾਰੇ ਤੁਸੀਂ ਕਮੈਂਟ ਕਰ ਰਹੇ ਹੋ, ਜੇ ਉਹ 90% ਕੁਰਬਾਨੀਆਂ ਨਾ ਦਿੰਦੀ ਤਾਂ ਸ਼ਾਇਦ ਤੁਸੀਂ ਵੀ ਅੱਜ ਤ੍ਰਿਪੁਰਾ ਦੇ ਮੁੱਖ ਮੰਤਰੀ ਨਾ ਹੁੰਦੇ, ਕਿਉਂਕਿ ਦੇਸ਼ ਅੰਗਰੇਜ਼ਾਂ ਦੇ ਅਧੀਨ ਗੁਲਾਮ ਹੁੰਦਾ। ਸੋ ਆਜ਼ਾਦੀ ਦੇ ਵਿੱਚ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ, ਭਾਵੇਂ ਉਹ 1857 ਦੇ ਗਦਰ ਤੋਂ ਸ਼ੁਰੂ ਕਰ ਲਈਏ, ਗਦਰੀ ਬਾਬਿਆਂ ਤੋਂ ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਜਾਂ ਹੋਰ ਹਜ਼ਾਰਾਂ ਅਣਗਿਣਤ ਇਸ ਤਰ੍ਹਾਂ ਦੇ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਦਿੱਤੀ ਹੈ, ਕੁਰਬਾਨੀਆਂ ਦਿੱਤੀਆਂ ਨੇ, ਤਸੀਹੇ ਝੱਲੇ ਨੇ। ਤੇ ਉਦੋਂ ਕਿਉਂਕਿ ਹਰਿਆਣਾ ਵੀ ਨਾਲ ਹੀ ਹੁੰਦਾ ਸੀ, ਪੰਜਾਬ ਦਾ ਹਿੱਸਾ ਹੁੰਦਾ ਸੀ, ਉਹ ਵੀ ਨਾਲ ਹੀ ਨੇ, ਵਿੱਚ ਹੀ ਨੇ ਸਾਡੇ। ਪੂਰੀ ਦੁਨੀਆ ਦੇ ਵਿੱਚ ਪੰਜਾਬੀ ਜਿੱਥੇ ਵੀ ਗਏ ਨੇ, ਉਹਨਾਂ ਨੇ ਆਪਣਾ ਇੱਕ ਖਾਸ ਮੁਕਾਮ ਬਣਾਇਆ। ਅੱਜ ਦੁਨੀਆ ਦੇ ਟੌਪ 5 ਡਿਵੈਲਪ ਕੰਟਰੀਆਂ ਦੇ ਵਿੱਚ ਗਿਣਿਆ ਜਾਣ ਵਾਲਾ ਕੈਨੇਡਾ, ਉੱਥੋਂ ਦਾ ਡਿਫੈਂਸ ਮਿਨਿਸਟਰ ਇੱਕ ਪੰਜਾਬੀ ਹੈ, ਹਰਜੀਤ ਸਿੰਘ ਸੱਜਣ। ਤੇ ਉੱਥੇ ਜਿਹੜੀ ਕੈਬਨਿਟ ਹੈ ਉਹਨਾਂ ਦੀ, ਉਹਦੇ ਵਿੱਚ ਮੋਦੀ ਸਾਹਿਬ ਦੀ ਕੈਬਨਿਟ ਨਾਲੋਂ ਜ਼ਿਆਦਾ ਪੰਜਾਬੀ ਮੰਤਰੀ ਨੇ। ਸੋ ਕਮੈਂਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਕਿਸੇ ਵੀ ਕੌਮ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਵੈਸੇ ਤਾਂ ਬੀਜੇਪੀ ਦਾ ਮੈਨੂੰ ਪਤਾ ਹੈ ਕਿ ਉਹਨਾਂ ਦੀ ਸੋਚ ਇਹੀ ਹੈ, ਉਹ ਸਾਡਾ ਇਹ ਮਾਨਮੱਤਾ ਇਤਿਹਾਸ ਜਿਹੜਾ ਹੈ ਕੁਰਬਾਨੀਆਂ ਵਾਲਾ, ਉਹ ਪਹਿਲਾਂ ਹੀ ਪਾਠਕ੍ਰਮ ਚੋਂ, ਸਿਲੇਬਸ ਚੋਂ ਬਾਹਰ
ਕਰ ਰਹੇ ਆ ਹੌਲੀ ਹੌਲੀ। ਸੋ ਉੱਥੋਂ ਹੀ ਇਹ ਸੋਚ ਜਿਹੜੀ ਹੈ ਉਹ ਸਾਹਮਣੇ ਆ ਜਾਂਦੀ ਹੈ। ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਨੇ, ਚਾਹੇ ਬਿਜ਼ਨਸ ਦੇ ਵਿੱਚ ਹੋਣ, ਚਾਹੇ ਪੋਲਿਟਿਕਸ ਦੇ ਵਿੱਚ ਹੋਣ, ਚਾਹੇ ਜਿਹੜੇ ਮਰਜ਼ੀ ਕੰਮ 'ਚ ਹੋਣ, ਉਹਨਾਂ ਨੇ ਆਪਣੀ ਧਾਕ ਜਮਾਈ ਹੈ। ਜੇ ਗੱਲ ਕਰੀਏ ਅਨਾਜ ਦੀ, ਜਦੋਂ ਤ੍ਰਿਪੁਰਾ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਆਪਣਾ ਮੁਲਕ ਅਨਾਜ ਵਾਸਤੇ ਤਰਸਦਾ ਸੀ, ਅਸੀਂ ਕਣਕ ਵੀ ਬਾਹਰੋਂ ਅਮਰੀਕਾ ਤੋਂ ਇੰਪੋਰਟ ਕਰਦੇ ਸੀ, ਉਸ ਵੇਲੇ ਇਹਨਾਂ ਪੰਜਾਬੀ ਤੇ ਹਰਿਆਣਵੀਆਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਹਰੀ ਕ੍ਰਾਂਤੀ ਲਿਆ ਕੇ ਮੁਲਕ ਨੂੰ ਅਨਾਜ ਦੇ ਮਾਮਲੇ 'ਚ ਆਤਮ ਨਿਰਭਰ ਬਣਾਇਆ, ਭੰਡਾਰ ਭਰੇ ਦੇਸ਼ ਦੇ ਅਨਾਜ ਨਾਲ। ਅੱਜ ਵੀ ਸਾਡੇ ਜਿਹੜੇ ਪੰਜਾਬੀ ਹਰਿਆਣਵੀ ਨੌਜਵਾਨ ਨੇ ਉਹ ਬਾਰਡਰ ਦੇ ਉੱਤੇ ਹਿੱਕਾਂ ਡਾਈ ਬੈਠੇ ਨੇ। ਜਦੋਂ ਮੁੱਖ ਮੰਤਰੀ ਸਾਹਿਬ ਤੁਸੀਂ ਸਰਦੀਆਂ ਦੇ ਵਿੱਚ ਹੀਟਰ ਲਾ ਕੇ ਆਪਣੇ ਕਮਰੇ ਸੁੱਤੇ ਪਏ ਹੁੰਦੇ ਹੋ, ਉਸ ਵੇਲੇ ਸਾਡੇ ਜਿਹੜੇ ਨੌਜਵਾਨ ਨੇ ਫੌਜੀ, ਉਹ ਕਾਰਗਿਲ ਦੇ ਵਿੱਚ -40 ਡਿਗਰੀ ਟੈਂਪਰੇਚਰ ਦੇ ਵਿੱਚ ਦੁਸ਼ਮਣਾਂ ਤੋਂ ਸਾਡੀ ਰਾਖੀ ਕਰ ਰਹੇ ਹੁੰਦੇ ਨੇ। ਜਦੋਂ ਤੁਸੀਂ ਏਸੀ ਲਾ ਕੇ ਪਏ ਹੁੰਦੇ ਹੋ, ਉਦੋਂ ਉਹ ਜੈਸਲਮੇਰ ਦੇ, ਬੀਕਾਨੇਰ ਦੇ, ਗੰਗਾਨਗਰ ਦੇ ਟਿੱਬਿਆਂ 'ਚ +50 ਡਿਗਰੀ ਟੈਂਪਰੇਚਰ ਦੇ ਵਿੱਚ ਦੁਸ਼ਮਣ ਤੋਂ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ। ਹੁਣੇ ਜੋ ਚੀਨ ਦੇ ਬਾਰਡਰ ਤੇ ਹੋਇਆ, ਜੋ ਇੱਕ ਪੰਜਾਬੀ ਨੌਜਵਾਨ ਨੇ ਉੱਥੇ ਬਹਾਦਰੀ ਦਿਖਾਈ ਹੈ, ਇਕੱਲੇ ਨਹੀਂ 15-16 ਚੀਨ ਦੇ ਦੁਸ਼ਮਣ ਦੇ ਫੌਜੀਆਂ ਨੂੰ ਮਾਰ ਕੇ ਫਿਰ ਉਹ ਤੋਂ ਬਾਅਦ ਸ਼ਹੀਦੀ ਦਾ ਜਾਮਾ ਪੀਤਾ ਹੈ। ਤਾਂ ਕਿਰਪਾ ਕਰਕੇ ਇਹੋ ਜਿਹੇ ਕਮੈਂਟ ਕਰਨ ਤੋਂ ਪਹਿਲਾਂ ਆਪਣੀ ਆਤਮਾ ਨਾਲ, ਜੇ ਹੈ ਥੋੜੀ ਬਹੁਤ ਜ਼ਮੀਰ, ਉਹਦੇ ਨਾਲ ਗੱਲ ਕਰ ਲਿਆ ਕਰੋ। ਅਸੀਂ ਇਹ ਮੰਗ ਕਰਦੇ ਹਾਂ ਬੀਜੇਪੀ ਤੋਂ ਕਿ ਤੁਰੰਤ ਤ੍ਰਿਪੁਰਾ ਦੇ ਮੁੱਖ ਮੰਤਰੀ ਨੂੰ ਉਹਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਤੇ ਜੇ ਇਹ ਆਫੀਸ਼ੀਅਲ ਬਿਆਨ ਹੈ, ਜੇ ਬੀਜੇਪੀ ਦੇ ਇਸ ਬਿਆਨ ਨਾਲ ਸਹਿਮਤੀ ਰੱਖਦੀ ਹੈ, ਤਾਂ ਬੀਜੇਪੀ ਖੁਦ ਆਪਣਾ ਸਟੈਂਡ ਸਪਸ਼ਟ ਕਰੇ। ਨਹੀਂ ਤਾਂ ਇਹਦੇ ਵਿੱਚ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਜਿਹੜਾ ਬਹੁਤ ਭਖੂਗਾ। ਤੇ ਆਪਦੀ ਆਤਮ सम्मान की रक्षा वास्ते ਜਿਹੜੇ पंजाबी ने ਜਾਂ हरियाणवी ने ਅਸੀਂ जिस ਲੈਵਲ ਤੇ भी जाना पे ਅਸੀਂ ਜਾਵਾਂਗੇ, पर ਅਸੀਂ बीजेपी ਦੀ ਇਸ ਤਰ੍ਹਾਂ ਦੀ ਜਿਹੜੀ ਘਟੀਆ ਸੋਚ ਹੈ ਇਹ ਦੇਸ਼ ਦੇ ਵਿੱਚ ਅਸੀਂ ਪਣਪਣ ਨਹੀਂ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਦੱਸਦੀ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਭਗਵੰਤ ਮਾਨ ਵੱਲੋਂ ਲੋਕਾਂ ਦੇ ਹੱਕ ਲਈ ਲਾਈਵ ਹੋ ਕੇ ਇਸ ਤਰ੍ਹਾਂ ਬੋਲੇ ਹੋਣ। ਇਸ ਤੋਂ ਪਹਿਲਾਂ ਵੀ ਮਾਨ ਵੱਲੋਂ ਸਮੇਂ-ਸਮੇਂ ਉੱਤੇ ਲੋਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।